ਨਾ ਅਮੀਰੋ ਦੇ ਘਰ 'ਚ ਰਹਿ ਕੇ ਅਮੀਰੋ ਦੀ ਰੋਟੀ ਖਾ ਕੇ ਉਸੇ ਦੀ ਥਾਲੀ 'ਚ ਗਲੀਆਂ ਕਰੀ ਜਾਂਦੇ ਨੇ। ਮੈਂ ਸੱਚੀ ਗੋਲੀ ਮਾਰ ਦੇਣੀ ਹੈ। छड्डना नहीं मैं, मार देना। अज पता लगू अमीर कौर चीज़ की है। जसविंदर, मर्डर या सुसाइड? लेट्स सी। दयाल सिंह जी, ਤੁਹਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਹੈ? आई मीन टू से ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਇੰਸਪੈਕਟਰ ਸਾਹਿਬ, ਦਰਅਸਲ ਅਮੀਰੋ ਨੂੰ ਹਥਿਆਰਾਂ ਦਾ ਬਹੁਤ ਸ਼ੌਕ ਸੀ। 30 ਸਾਲ ਹੋ ਗਏ ਉਹਨੂੰ ਹਥਿਆਰ ਰੱਖਿਆ। ਹਰ ਤੀਜੇ ਚੌਥੇ ਦਿਨ ਬਾਅਦ ਉਹ ਉਹਨੂੰ ਸਾਫ਼ ਵੀ ਕਰਦੀ ਸੀ। ਪਤਾ ਨਹੀਂ ਅੱਜ ਵੀ ਉਹਨੇ ਸਾਫ਼ ਕਰਨ ਦੇ ਲਈ ਰਿਵਾਲਵਰ ਚੱਕਿਆ ਸੀ। ਤਾਂ ਪਤਾ ਨਹੀਂ ਲੱਗਿਆ ਵੀ ਅਚਾਨਕ ਇਹ ਕਿੱਦਾਂ ਵਾਪਰ ਗਿਆ। ਇਟਸ ਵੈਰੀ ਸਟ੍ਰੇਂਜ। ਇੰਨੇ ਸਾਲਾਂ ਦਾ ਹਥਿਆਰ ਰੱਖਣ ਦਾ ਐਕਸਪੀਰੀਅੰਸ ਹੋਣ ਦੇ ਬਾਵਜੂਦ ਉਹਨਾਂ ਨੇ ਐਡੀ ਵੱਡੀ ਗਲਤੀ ਕਰ ਲਈ। ਉਹਨਾਂ ਨੂੰ ਕੋਈ ਟੈਨਸ਼ਨ ਸੀ? नहीं सर, मम्मा ਨੂੰ ਕੋਈ ਟੈਨਸ਼ਨ ਨਹੀਂ ਸੀ। ਉਹ ਬਹੁਤ ਖੁਸ਼ ਰਹਿੰਦੇ ਸੀ। ਮੇਬੀ ਇਹ ਸੁਸਾइड। सुसाइड? और भी आंटी और नहीं कर सकते? ਇਹ ਕੌਣ ਨੇ? ਇਹ ਜੱਜ, ਇਹ ਸਾਡੇ ਐਜ਼ ਅ ਪੇਇੰਗ ਗੈਸਟ ਰਹਿੰਦੇ ਨੇ। ਮਹੋਦय ਦਾ ਲਾਇਸੈਂਸ ਕਿਹਦੇ ਨਾਂ ਤੇ ਸੀ? ਲਾਇਸੈਂਸ ਤਾਂ ਮੇਰੇ ਨਾਮ ਤੇ ਹੀ ਸੀਗਾ। ਮੈਂ ਹੀ ਉਹਨੂੰ ਮੌਜ਼ਰ ਲੈ ਕੇ ਦਿੱਤਾ। ਤਾਨਾ ਸਿੰਘ। ਯੈਸ ਸਰ। ਮਹੋਦय ਨੂੰ ਜ਼ਬਤ ਕਰੋ ਤੇ ਫੋਰੈਂਸਿਕ ਰਿਪੋਰਟ ਲਈ ਭੇਜੋ ਤੇ ਡੈਡ ਬੋਡੀ ਨੂੰ ਵੀ ਪੋਸਟਮਾਰਟਮ ਲਈ। ਓਕੇ। सत श्री अकाल, नमस्कार, आदाब। मैं अमनदीप कौर एक बार फिर लेके हाजिर हाँ क्राइम स्टोरी का एक नवा एपीसोड। अज मैं तुहाडे लई लैके आई हाँ क्राइम दी एक ऐसी दास्तान जिसनूं देखण ते सुनन तो बाद तुसीं भी सोची जरूर पै जाओगे। ये कहानी है अमीर कौर उर्फ अमीरो दी, जिसदी अपनी ही गोली चलन कारण मौत हो जाती है। कि ये चली हुई गोली अचनचेत सी या कीता गया सुसाइड ते या फिर प्लानिंग दे तहत कीता होया मर्डर। पुलिस दी इन्वेस्टिगेशन दे विच बहुत सारे पहलू निकल के आए ते आखिर पुलिस दी इन्वेस्टिगेशन दा नतीजा की निकलदा है, ये दिखांगे असीं अज दे केस दे विच। ਮੈਂ ਸੁਣਿਆ ਤੁਹਾਡੀ ਮੰਮੀ ਨੂੰ ਹਥਿਆਰਾਂ ਦਾ ਬੜਾ ਸ਼ੌਕ ਸੀ। ਤੁਹਾਡਾ ਕੀ ਸ਼ੌਕ ਹੈ? ਸਰ ਮੇਰੇ ਮੰਮੀ ਮੈਨੂੰ ਬਹੁਤ ਪਿਆਰ ਕਰਦੇ ਸੀ। ਜਿੰਨਾ ਪਿਆਰ ਉਹ ਮੈਨੂੰ ਕਰਦੇ ਸੀ ਉਨਾ ਹੀ ਪਿਆਰ ਉਹ ਰਿਵੋਲਵਰ ਨੂੰ ਕਰਦੇ ਸੀ। ਸਰ ਉਹਨਾਂ ਦੀ ਰਿਵੋਲਵਰ ਉਹਨਾਂ ਦੀ ਸ਼ਾਨ ਸੀ, ਜਿਸ ਨੂੰ ਟਾਈਮ ਤੇ ਸਾਰਿਆਂ ਨੂੰ ਸ਼ੋਅ ਕਰਦੇ ਸੀ। ਸਾਰੇ ਸਾਰੇ ਕੌਣ? ਜੀ ਸਾਡੇ ਗਵਾਂਢੀ ਤੇ ਰਿਲੇਟਿਵਸ। ਓਕੇ। ਜੇ ਜ਼ਰੂਰਤ ਪਈ ਤਾਂ ਪੁੱਛਗਿੱਛ ਲਈ ਪੁਲਿਸ ਸਟੇਸ਼ਨ ਤੁਹਾਨੂੰ ਬੁਲਾਵਾਂਗੇ। ਓਕੇ। ਦਿਆਲ ਸਿੰਘ ਜੀ, ਤੁਸੀਂ ਮੈਨੂੰ ਆਪਣੀ ਵਾਈਫ ਬਾਰੇ ਜ਼ਰਾ ਡਿਟੇਲ 'ਚ ਦੱਸੋ। ਦੇਖੋ ਜੀ, ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਉਸ ਨੂੰ ਪੈਸੇ ਤੇ ਹਥਿਆਰ ਰੱਖਣ ਦਾ ਬਹੁਤ ਸ਼ੌਕ ਸੀ। ਅਮੀਰੋ ਨੂੰ ਸਵਰਨ ਦਾ ਵੀ ਬੜਾ ਸ਼ੌਕ ਸੀ। ਆਪਣੇ ਆਪ ਨੂੰ ਪੂਰਾ ਬਣਾ ਕੇ ਰੱਖਦੀ ਸੀ, ਕੱਪੜੇ ਵਗੈਰਾ ਐਨ ਫਸਟ ਕਲਾਸ, ਮਤਲਬ ਜਿਸ ਤਰ੍ਹਾਂ ਨੌਜਵਾਨ ਪੀੜ੍ਹੀ ਰਹਿੰਦੀ ਹੈ। ਤੇ ਹਥਿਆਰਾਂ ਦਾ ਤਾਂ ਬਹੁਤ ਹੀ ਜ਼ਿਆਦਾ ਉਹਨੂੰ ਸ਼ੌਕ ਸੀ। ਉਸ ਦਿਨ ਵੀ ਇੱਦਾਂ ਹੀ ਹੋਇਆ ਕਿ ਉਹ ਬਾਹਰੋਂ ਗੁੱਸੇ 'ਚ ਆਈ ਤੇ ਮੈਂ ਉਹਨੂੰ ਪੁੱਛਣਾ ਚੰਗਾ ਨਾ ਸਮਝਿਆ।
ਮੈਂ ਚੱਲ ਅਖਬਾਰ ਪੜ੍ਹਦਾ ਸੀ, ਬਾਅਦ ਦੇ ਵਿੱਚ ਪੁੱਛ ਲਵਾਂਗੇ, ਕਿਉਂਕਿ ਗੁੱਸੇ ਵਾਲਾ ਬਹੁਤ ਜ਼ਿਆਦਾ ਸੁਭਾਅ ਸੀ ਉਹਦਾ। ਅੰਦਰ ਆਈ ਤੇ ਕੁਝ ਟਾਈਮ ਬਾਅਦ ਹੀ ਗੋਲੀ ਚੱਲਣ ਦੀ ਆਵਾਜ਼। ਮਤਲਬ ਤੁਸੀਂ ਉਸ ਦਿਨ ਗੋਲੀ ਚੱਲਣ ਦੀ ਆਵਾਜ਼ ਸੁਣੀ? ਜੀ ਜੀ ਬਿਲਕੁਲ। ਔਰ ਮੈਂ ਬੜਾ ਹੈਰਾਨ ਹੋਇਆ ਵੀ ਆ ਕੀ ਹੋ ਗਿਆ। ਤੇ ਜਦ ਮੈਂ ਅੰਦਰ ਆ ਕੇ ਦੇਖਿਆ ਤਾਂ ਇਹੀ ਬਹੁਤ ਮਤਲਬ ਇੱਕ ਮਾੜਾ ਪਾਣਾ ਵਾਪਰਿਆ। ਸਰ ਅਮੀਰਾ ਬਹੁਤ ਘਮੰਡੀ ਔਰਤ ਸੀ। ਉਹਨੂੰ ਲੱਗਦਾ ਸੀ ਕਿ ਜਿਵੇਂ ਮੈਂ ਆਪਣੇ ਨਾਮ ਤੋਂ ਅਮੀਰ ਆ, ਉਵੇਂ ਉਹ ਪੈਸੇ ਤੋਂ ਅਮੀਰ ਹੈ, ਪਰ ਦਿਲ ਤੋਂ ਜਨਾਨੀ ਬਹੁਤ ਗਰੀਬ ਸੀਗੀ। ਮੈਂ ਤੁਹਾਨੂੰ ਦੱਸ ਵੀ ਨਹੀਂ ਸਕਦੀ। मतलब ਸਰ ਕੀ ਦੱਸਾਂ ਮਤਲਬ, ਇਹਨੇ ਆਪਦੇ ਘਰੇ ਇੰਨੀਆਂ ਪੀਜੀਆਂ ਕੁੜੀਆਂ ਰੱਖੀਆਂ, ਕੋਈ ਨਹੀਂ ਟਿਕੀ। ਇਹ ਪਤਾ ਨਹੀਂ ਕਿਉਂ ਟਿਕ ਗਈ। ਸਰ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦੀ ਆ, ਸਾਰਾ ਦਿਨ ਕੰਮ ਕਰਾਉਂਦੀ ਸੀ ਉਹ ਤੋਂ। ਪਹਿਲਾਂ ਉਹ ਆਪਦਾ ਕੰਮ ਕਰਕੇ ਆਉਂਦੀ, ਫਿਰ ਇਹਦੇ ਘਰ ਦਾ ਆ ਕੇ ਕਰਦੀ। ਨਹੀਂ ਜਾਨ ਨਹੀਂ ਹੈਗੀ ਤੇਰੇ ਹੱਥਾਂ 'ਚ, ਕਿਹੜੇ ਵੇਲਿਆਂ ਦੀ ਉੱਥੇ ਹੀ ਲੱਗੀ ਐ। ਬਾਕੀ ਕੰਮ ਤੇਰੀ ਮਾਂ ਨੇ ਥੋੜੀ ਕਰਨਾ ਆ ਕੇ। ਮੰਮਾ ਮਾਂ ਭੁੱਖ ਬਹੁਤ ਲੱਗੀ ਆ, ਪਲੀਜ਼ ਕੁਝ ਖਾਣ ਲਈ ਬਣਾ ਦਿਓ। ਲੈ ਹੁਣੇ ਮੇਰਾ ਪੁੱਤ, ਨਹੀਂ ਗੱਲ ਸੁਣ, ਛੱਡ ਇਹਨੂੰ ਇੱਥੋਂ। ਅਰਸ਼ ਨੂੰ ਭੁੱਖ ਲੱਗੀ ਐ, ਜਾ ਇਹਦੇ ਵਾਸਤੇ ਆਮਲੇਟ ਬਣਾ। ਤੁਸੀਂ ਰੋ ਰਹੇ ਹੋ? ਜੀ ਨਹੀਂ ਮੇਰੇ ਮੰਮਾ ਤੁਹਾਨੂੰ ਬਹੁਤ ਤੰਗ ਕਰਦੇ ਨੇ ਨਾ। ਜੀ ਨਹੀਂ, ਇੱਦਾਂ ਦੀ ਤਾਂ ਕੋਈ ਗੱਲ ਨਹੀਂ। ਤੁਸੀਂ ਮੈਨੂੰ ਫਰੈਂਕ ਹੋ ਕੇ ਦੱਸ ਸਕਦੇ ਹੋ, ਮੈਂ ਮੰਮਾ ਨੂੰ ਕੁਝ ਨਹੀਂ ਦੱਸਾਂਗਾ, ਆਈ ਪ੍ਰੋਮਿਸ। ਨਾਲੇ ਇੱਕ ਦੋਸਤ ਦਾ ਦੋਸਤ ਨਾਲ ਹਰੇਕ ਗੱਲ ਸ਼ੇਅਰ ਕਰ ਸਕਦੇ ਨਾ। ਆਈ ਨੋ ਮੇਰੇ ਮੰਮਾ ਕਈ ਵਾਰ ਓਵਰ ਕਰ ਜਾਂਦੇ ਨੇ, ਸਿਰਫ ਤੁਹਾਡੇ ਨਾਲ ਨਹੀਂ ਸਾਰਿਆਂ ਨਾਲ, ਇਨਕਲੂਡਿੰਗ ਮੀ। ਤੁਹਾਡਾ ਨੇਚਰ ਬਿਲਕੁਲ ਅੰਕਲ ਜੀ ਵਰਗਾ। ਅੱਛਾ ਜੀ, ਤੂੰ ਰਹਿਣ ਤੋਂ ਬਣਾਉਣ ਨੂੰ। ਕਿਉਂ, ਤੁਹਾਨੂੰ ਤਾਂ ਭੁੱਖ ਲੱਗੀ ਸੀ। ਮੇਰੀ ਭੁੱਖ ਤੇਰੀ ਸਮਾਈਲ ਦੇਖ ਕੇ ਮਿਟੀ। ਉੱਪਰੋਂ ਸਾਰਾ ਦਿਨ ਕਿਚ 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 ਕਰਦੀ ਰਹਿੰਦੀ ਸੀ। ਅੱਜ ਫੇਰ ਲੇਟ ਆਈ ਐ ਤੂੰ। ਤੇਰਾ ਨਿੱਤ ਦਾ ਹੀ ਕੰਮ ਹੋ ਗਿਆ ਇਹ। ਇਹੋ ਜਿਹਾ ਕਿਹੜਾ ਕੰਮ ਕਰਦੀ ਐ ਤੂੰ? ਮੈਂ ਤੈਨੂੰ ਬਾਰ-ਬਾਰ ਕਹਿ ਰਹੀ ਹਾਂ, ਤੇਰੇ ਪਿਓ ਦਾ ਘਰ ਨਹੀਂ ਹੈਗਾ ਇਹ, ਅਮੀਰੋਂ ਦਾ ਘਰ ਹੈ। ਰਹਿਣਾ ਤਾਂ ਬੰਦਿਆਂ ਵਾਂਗੂ ਰਹਿ, ਨਹੀਂ ਡੰਡੀ ਪਿਆ ਇੱਥੋਂ। ਜੱਸੀ, ਤੂੰ ਆਪਣੇ ਬੌਸ ਨੂੰ ਕਹਿ ਕੇ ਆਪਣਾ ਟਾਈਮ ਐਡਜਸਟ ਕਰ ਲੈ। ਤੈਨੂੰ ਇਹਦੇ ਸੁਭਾਅ ਦਾ ਪਤਾ ਹੀ ਹੈ। ਹਾਂਜੀ ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਵੀ ਉਹ ਟਿਕੀ ਕਿਵੇਂ ਬੈਠੀ ਆ। ਭਾਈ ਤੁਸੀਂ ਬਾਕੀ ਆਪੇ ਦੇਖ ਲਓ। ओ मतलब मामला पीजी वाली लड़की। ਗਵਾਂਡਰ ਜਿੰਦਰ ਦੇ ਦੱਸਣ ਮੁਤਾਬਕ ਸਾਨੂੰ ਕੋਈ ਸ਼ੱਕੀ ਲੜਕੇ ਦਾ ਪਤਾ ਲੱਗਿਆ ਹੈ। ਅਸੀਂ ਉਹਨਾਂ ਨੂੰ ਫੜਨ ਜਾ ਰਹੇ ਹਾਂ ਸਰ। ਲੈ ਬਦਲਾ ਵੀ ਹੋ ਗਿਆ ਪੂਰਾ। ਪੀਜੀ ਵਾਲੀ ਆਂਟੀ ਦਾ ਤਾਂ ਟਾਂਟਾ ਹੀ ਮੁੱਕ ਗਿਆ। ਸਾਡੇ ਨਾਲ ਪੰਗਾ ਲੈਂਦੀ ਸੀ ਵੱਡੀ ਪਿਸਤੌਲ ਵਾਲੀ। ਓਏ ਉਹ ਸਿੰਧਿਆ ਕੌਣ ਸੇ ਪੱਜ ਉਹ ਪੱਜ ਮੈਨੂੰ ਆ ਗਿਆ। ਯੈਸ ਸਰ, ਅਸੀਂ ਉਹਨਾਂ ਮੁੰਡਿਆਂ ਨੂੰ ਅਰੈਸਟ ਕੀਤਾ ਸੀ ਜਿੰਦਰ ਕੌਰ ਦੇ ਕਹਿਣ ਤੋਂ, ਪਰ ਉਹਨਾਂ ਕੋਲੋਂ ਕੋਈ ਇਨਫੋਰਮੇਸ਼ਨ ਨਹੀਂ ਮਿਲੀ। ਹਾਂਜੀ ਸਰ ਫੈਮਿਲੀ ਤੇ ਪੁੱਛਤਾਛ ਹੋ ਰਹੀ ਹੈ। ਤੇ ਹਾਂਜੀ ਮੈਡਮ ਦੱਸੀ, ਤੁਸੀਂ ਇੱਥੇ ਕਿੰਨੇ ਸਾਲਾਂ ਤੋਂ ਰਹਿ ਰਹੇ ਜੀ? ਮੈਮ ਪਿਛਲੇ ਕੁਝ 4 ਸਾਲ ਤੋਂ। ਅਸੀਂ ਸੁਣਿਆ ਸੀ ਕਿ ਆਂਟੀ ਤੁਹਾਨੂੰ ਡਾਂਟਦੇ ਵੀ ਬਹੁਤ ਸੀ, ਪਰ ਫਿਰ ਵੀ ਤੁਸੀਂ ਇੱਥੇ ਰਹਿ ਰਹੇ ਹੋ, ਕਿਉਂ? ਮੈਮ ਮਜਬੂਰੀ ਸੀ, ਮੇਰੇ ਮਦਰ ਬਿਮਾਰ ਨੇ, ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਹੈ। ਠੀਕ, ਤੇ ਤੁਹਾਡੇ ਤੇ ਅਰਸ਼ ਦੇ ਰਿਲੇਸ਼ਨ ਕਿੱਦਾਂ ਦੇ ਸੀ? ਮੈਮ ਮੈਂ ਤੇ ਅਰਸ਼ ਬਹੁਤ ਵਧੀਆ ਫਰੈਂਡਸ ਹਾਂ। ਫਰੈਂਡਸ? ਤੇ ਅਰਸ਼ ਦੇ ਨਾਲ ਤੁਹਾਡੇ ਰਿਲੇਸ਼ਨ ਕਿੱਦਾਂ ਦੇ ਸੀ?
ਮੈਮ ਉਹ ਵੀ ਬਹੁਤ ਪਿਆਰ ਕਰਦੇ ਨੇ। ਠੀਕ, ਜ਼ਰੂਰਤ ਪਈ ਤਾਂ ਤੁਹਾਨੂੰ ਪੁਲਿਸ ਸਟੇਸ਼ਨ ਆਣਾ ਪਏਗਾ। ਓਕੇ ਮੈਮ। ਠੀਕ। ਓ ਸਰ ਤੁਸੀਂ ਵੀ ਕਹੋਗੇ ਮੈਂ ਉਹਦੀ ਮਰੀ ਪਈ ਦੀ ਮਿੱਟੀ ਪਲੀਤ ਕਰਨ ਲੱਗੀ ਆ, ਪਰ ਅੱਜ ਕੱਲ ਤਾਂ ਚੁੱਪ 'ਚ ਹੀ ਭਲਾਈ ਐ। ਦੇਖੋ ਜਿੰਦਰ ਕੌਰ ਜੀ, ਤੁਸੀਂ ਜੋ ਕੁਝ ਵੀ ਅਮੀਰ ਕੌਰ ਬਾਰੇ ਜਾਣਦੇ ਹੋ ਸਾਨੂੰ ਸਾਰਾ ਕੁਝ ਦੱਸੋ। ਤੁਹਾਡਾ ਦਿੱਤਾ ਹੋਇਆ ਬਿਆਨ ਸਾਡੇ ਕੇਸ ਲਈ ਬਹੁਤ ਹੈਲਪਫੁਲ ਹੋਏਗਾ। ਸਰ ਅਮੀਰ ਕੌਰ ਨੂੰ ਵਿਖਾਵਾ ਬਾਹਲਾ ਹੀ ਪਸੰਦ ਸੀ। ਉਹ ਆਪਣੇ ਪੈਸੇ ਤੇ ਬੰਦੂਕਾਂ ਦਾ ਤਾਂ ਇੰਨਾ ਕੁ ਵਿਖਾਵਾ ਕਰਦੀ ਸੀ ਕਿ ਬਚਪਨ 'ਚ ਆਪਣੇ ਮੁੰਡੇ ਨੂੰ ਜਿਹੜੇ ਖਿਡੌਣੇ ਲੈ ਕੇ ਦਿੰਦੀ ਸੀ ਉਹ ਵੀ ਬੰਦੂਕਾਂ ਦੇ ਲੈ ਕੇ ਦਿੰਦੀ ਸੀ। ਅੱਛਾ ਜੀ, ਬਾਕੀ ਇੰਨੀ ਹਿੰਮਤ ਨਹੀਂ ਸੀ ਕਿਸੇ ਦੀ ਕਿ ਉਹਨੂੰ ਕੋਈ ਬੋਲ ਜੇ। ਉਹ ਤਾਂ ਕਿਸੇ ਦੀ ਇੱਟ ਧਰੀ ਨਹੀਂ ਸੀ ਚੱਕਣ ਦਿੰਦੀ। ਔਰ ਬਾਕੀ ਉਹਦੇ ਮੂਹਰੇ ਤਾਂ ਖੰਘਦਾ ਨਹੀਂ ਸੀ ਕੋਈ। ਉਹਨੇ ਤਾਂ ਦਿਆਲ ਵੀਰ ਜੀ ਨੂੰ ਤੇ ਆਪਦੇ ਮੁੰਡੇ ਨੂੰ ਡਰਾ ਕੇ ਰੱਖਿਆ ਹੋਇਆ ਸੀ। ਔਰ ਇਹ ਵੀ ਇੰਨਾ ਕੁ ਡਰਦੇ ਸੀ ਵੀ ਕਿਤੇ ਗੋਲੀ ਨਾ ਮਾਰਦੇ ਸਾਡੇ। ਤੇ ਫਿਰ ਤੁਸੀਂ ਅਮੀਰ ਕੌਰ ਦੇ ਪਰਿਵਾਰ ਬਾਰੇ ਹੋਰ ਕੀ ਜਾਣਦੇ ਹੋ? ਸਰ ਮੈਂ ਇੱਕ ਦਿਨ ਰਸਤੇ 'ਚੋਂ ਜਾ ਰਹੀ ਸੀ, ਮੈਂ ਅਰਸ਼ ਦੇ ਦੋਸਤਾਂ ਨੂੰ ਗੱਲ ਕਰਦੇ ਸੁਣਿਆ। ਓਏ ਪੀਜੀ ਵਾਲੀ ਆਂਟੀ ਦੇ ਮੁੰਡੇ ਨੂੰ ਤਾਂ ਮੌਜਾਂ ਨੇ, ਨਿਤ ਨਵੀਆਂ ਕਬੂਤਰੀਆਂ ਦੇਖਣ ਨੂੰ ਮਿਲਦੀਆਂ ਨੇ। ਹਾਂ ਹੁਣ ਕਿਹੜੀਆਂ ਕਬੂਤਰੀਆਂ ਯਾਰ, ਤਾਂ ਆਂਟੀ ਦਾ ਪੀਜੀ ਖਾਲੀ ਖੁੱਡਾ ਹੈ। ਓਏ ਉਸ ਖੁੱਡੇ 'ਚ ਹਾਲੇ ਵੀ ਇੱਕ ਕਬੂਤਰੀ ਰਹਿੰਦੀ ਆ। ਅੱਛਾ ਉਹ ਕਬੂਤਰੀ ਤਾਂ ਪਿਓ ਪੁੱਤ ਦੀ ਸਾਂਝੀ ਆ। ਹੋਰ ਕੁਝ ਨਹੀਂ ਜਾਣਦੀ ਮੈਂ, ਜਿੰਨਾ ਜਾਣਦੀ ਸੀ ਮੈਂ ਦੱਸਤਾ ਤੁਹਾਨੂੰ। ਇਹ ਤੋਂ ਇਲਾਵਾ ਮੈਨੂੰ ਕੁਝ ਨਹੀਂ ਪਤਾ ਹੋਰ। ਓਕੇ ਠੀਕ ਹੈ ਜਿੰਦਰ ਕੌਰ, ਜੇ ਸਾਨੂੰ ਇਸ ਕੇਸ ਦੀ ਪੁੱਛਗਿੱਛ ਲਈ ਤੁਹਾਨੂੰ ਥਾਣੇ ਬੁਲਾਉਣਾ ਪਿਆ ਤੁਹਾਨੂੰ ਆਉਣਾ ਪਵੇਗਾ। ਜੀ ਸਰ मैं आ जाऊंगी। ठीक है चलो ताना सिंह। सर फोरेंसिक रिपोर्ट आ चुकी है पर सर किसी दे फिंगरप्रिंट्स नहीं मिले सर माउजर ते। हाँ जी सर। ओके सर ठीक ओके ओके सर या श्योर ओके। ਦਿਆਲਵੀਰ ਜੀ ਅਮੀਰੋ ਭੈਣ ਜੀ ਦਾ ਸੁਣ ਕੇ ਪੂਰਾ ਯਕੀਨ ਨਹੀਂ ਆਇਆ ਕਿ ਇਹੋ ਜਿਹਾ ਵੀ ਕੋਈ ਭਾਣਾ ਵਰਤ ਸਕਦਾ। ਮੈਨੂੰ ਨਹੀਂ ਲੱਗਦਾ ਕਿ ਉਹ ਆਪਦੇ ਆਪ ਨੂੰ ਗੋਲੀ ਮਾਰ ਲੇ। ਮੈਨੂੰ ਤਾਂ ਨਹੀਂ ਯਕੀਨ ਆਉਂਦਾ ਭਾਈ। ਤੁਸੀਂ ਸਹੀ ਕਹਿੰਦੇ ਹੋ, ਆਂਟੀ ਸੁਸਾਈਡ ਨਹੀਂ ਕਰ ਸਕਦੇ। ਯਕੀਨ ਤਾਂ ਭਾਈ ਸਾਨੂੰ ਵੀ ਨਹੀਂ ਹੈ। ਪਤਾ ਨਹੀਂ ਇੰਨੀ ਦਲੇਰ ਸੀ, ਸਾਨੂੰ ਵੀ ਲੱਗਦਾ ਵੀ ਐ ਨਹੀਂ ਉਹ ਕਰ ਸਕਦੀ। ਦਿਆਲਵੀਰ ਜੀ ਘਰੇ ਕਿਤੇ ਕੋਈ ਹੋਰ ਗੱਲਬਾਤ ਤਾਂ ਨਹੀਂ ਸੀ? ਹਾਂ ਇਹੋ ਜੀ ਤੇ ਕੋਈ ਗੱਲ ਨਹੀਂ ਸੀ। ਚਲੋ ਜੋ ਰੱਬ ਦਾ ਭਾਣਾ। ਸਰ ਮੈਂ ਆਪਦੇ ਅੱਖੀ ਦੇਖੀ ਤੇ ਕੰਨੀ ਸੁਣੀ ਗੱਲ ਕਰਦੀ ਆ, ਮੈਂ ਕਿਸੇ ਚੁਗਲੀ ਨਹੀਂ ਕਰਦੀ। ਮੈਂ ਤਾਂ ਇਹ ਵੀ ਸੁਣਿਆ ਸੀ ਜਾਂ ਤਾਂ ਦਿਆਲਵੀਰ ਜੀ ਜਾਂ ਉਹਨਾਂ ਦਾ ਮੁੰਡਾ ਅਰਸ਼ ਪੀਜੀ ਵਾਲੀ ਕੁੜੀ ਨਾਲ ਕੋਈ ਗਾਟੀ ਆ, ਦੋਨਾਂ ਚੋਂ ਇੱਕ ਦੀ। ਤੁਹਾਨੂੰ ਕਿਵੇਂ ਪਤਾ? ਸਰ ਮੈਂ ਗੱਲਾਂ ਕਰਦੇ ਸੁਣਿਆ। ਮੈਂ ਹੁਣ ਕੀ ਕਰਾਂ, ਕਿੱਥੇ ਜਾਵਾਂ? ਮੈਂ ਪ੍ਰੈਗਨੈਂਟ ਆ, ਮੈਂ ਹੁਣ ਘਰ ਵੀ ਨਹੀਂ ਜਾ ਸਕਦੀ। ਹੁਣ ਤੁਸੀਂ ਦੱਸੋ ਮੈਂ ਹੁਣ ਕਿੱਥੇ ਜਾਵਾਂ? ਕੋਈ ਨਹੀਂ, ਕੋਈ ਗੱਲ ਨਹੀਂ, ਮੈਂ ਕਰਦਾ ਤੁਹਾਡੇ ਨਾਲ ਸਾਥ। ਠੀਕ ਹੈ, ਟੈਨਸ਼ਨ ਨਹੀਂ ਲਾਈਦੀ, ਕੋਈ ਮਸਲਾ ਨਹੀਂ। ਠੀਕ ਉਹ ਕਹਿੰਦੀ ਸੀ ਕਿ ਮੈਂ ਪੇਟ ਤੋਂ ਆ। ਮੈਨੂੰ ਨਹੀਂ ਪਤਾ ਭਾਈ ਇਹ ਦੋਨਾਂ ਚੋਂ ਕਿਹਦੀ ਕਾਰਸਤਾਨੀ ਆ। ਅਰਸ਼ ਹੁਣ ਤੂੰ ਦੱਸ ਮੈਂ ਕੀ ਕਰਾਂ ਇਸ ਬੱਚੇ ਦਾ? ਮੈਂ ਕੀ ਜਵਾਬ ਦਵਾਂ ਆਂਟੀ ਨੂੰ? ਡੋਂਟ ਵਰੀ ਜਸ, ਇਹ ਸਾਡੀ ਫੈਮਿਲੀ ਦਾ ਹਿੱਸਾ ਹੈ। ਨਾਲੇ ਪਾਪਾ ਵੀ ਤਾਂ ਵੇਖ ਇਹਨੂੰ ਕਿੰਨਾ ਪਿਆਰ ਕਰਦੇ ਆ। ਜਸ ਦੁਨੀਆ ਨੂੰ ਜੋ ਮਰਜ਼ੀ ਕਹੇ ਪਰ ਇਹ ਸਾਡੇ ਪਰਿਵਾਰ ਦਾ ਹਿੱਸਾ ਹੈ। ਤੂੰ ਟੈਨਸ਼ਨ ਨਾ ਲੈ ਜਸ, ਮੈਂ ਹੈਗਾ ਤੇਰੇ ਨਾਲ।
ਅਮੀਰੋਂ ਨੂੰ ਉਹਨਾਂ ਦੀਆਂ ਸਾਰੀਆਂ ਹਰਕਤਾਂ ਬਾਰੇ ਪਤਾ ਸੀ। ਓਏ ਇਹੋ ਜੀ ਗੱਲ ਤੇ ਘਬਰਾਈਦਾ ਨਹੀਂ ਹੁੰਦਾ। ਇਹੋ ਜੀ ਸਿਚੁਏਸ਼ਨ ਤਾਂ ਆਉਂਦੀ ਰਹਿੰਦੀ ਹੈ। ਨਾਲੇ ਆਪਾਂ ਕਿਹੜਾ ਕੋਈ ਗਲਤੀ ਕੀਤੀ ਹੈ ਫਿਕਰ ਨਾ ਕਰ, ਕਰਾਂਗੇ ਕੋਈ ਹੱਲ। ਪਰ ਮੈਂ ਸੁਣਿਆ ਜ਼ਰੂਰ ਹੈ ਕਿਸੇ ਦੀਆਂ ਗੱਲਾਂ ਨਹੀਂ ਸੁਣੀਆਂ। ਸਰ ਮੈਂ ਕੀ ਕਰਾਂ? ਮੈਂ ਲੰਘਦੀ ਨੇ ਸੁਣ ਲਿਆ, ਹੁਣ ਮੈਂ ਕੰਨ ਤਾਂ ਬੰਦ ਨਹੀਂ ਕਰ ਸਕਦੀ ਆਪਦੇ। ਖੈਰ ਤੁਹਾਡੀ ਇਸ ਇਨਫੋਰਮੇਸ਼ਨ ਨੇ ਸਾਡੀ ਕੇਸ ਵਿੱਚ ਬਹੁਤ ਹੈਲਪ ਕੀਤੀ ਹੈ, ਸ਼ੁਕਰੀਆ। ਸਰ ਮੈਂ ਤਾਂ ਆਪਦਾ ਗੁਆਂਢੀ ਧਰਮ ਨਿਭਾਇਆ। ਗੁਆਂਢੀ ਧਰਮ? ਜੀ ਤੁਸੀਂ ਕੁਝ ਕਿਹਾ ਸਰ? ਨਹੀਂ ਬਸ ਗੁਆਂਢੀ ਧਰਮ। ਜਿੰਦਰ ਨਾਲ ਗੱਲਬਾਤ ਕਰਨ ਮਗਰੋਂ ਪੁਲਿਸ ਦੇ ਸਾਹਮਣੇ ਕੁਝ ਨਵੇਂ ਪਹਿਲੂ ਆਏ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਜੋ ਬੈਠੋ ਜੀ। ਮੈਂ ਤੁਹਾਨੂੰ ਪਛਾਣਿਆ ਨਹੀਂਗਾ ਜੀ। ਅਸੀਂ ਜਨ ਸੇਵਾ NGO ਤੋਂ ਆਏ ਹਾਂ ਜੀ। ਅਮੀਰ ਕੌਰ ਜੀ ਬਾਰੇ ਪਤਾ ਲੱਗਿਆ ਸੀ, ਬੜਾ ਦੁੱਖ ਹੋਇਆ ਜੀ। ਬਹੁਤ ਦੁੱਖ ਹੈ ਸੁਣ ਕੇ ਸੰਤਾਂ। ਤੁਸੀਂ ਅਮੀਰ ਕੌਰ ਜੀ ਨੂੰ ਕਿੱਦਾਂ ਜਾਣਦੇ ਹੋ? ਦਰਅਸਲ ਉਹ ਸਾਡੀ ਸੰਸਥਾ ਨਾਲ ਬੜੀ ਦੇਰ ਤੋਂ ਜੁੜੇ ਹੋਏ ਸਨ ਔਰ ਉਹਨਾਂ ਨੇ ਸਾਡੀ ਸੰਸਥਾ ਨੂੰ ਬਹੁਤ ਦਾਨ ਦਿੱਤਾ। ਉਹ ਸਾਡੇ ਲਈ ਰੱਬ ਸੀ। ਜੋ ਉਹਨਾਂ ਨੇ ਕੀਤਾ ਉਹ ਕੋਈ ਨਹੀਂ ਕਰ ਸਕਦਾ ਜੀ। ਕਮਾਲ ਹੈ ਡੈਡੀ, ਮੰਮਾ ਦਾਨ ਪੁੰਨ ਵੀ ਕਰਦੇ ਸੀ, ਇਹ ਤਾਂ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਸੀ। ਵਧੀਆ ਲੱਗਿਆ। ਚਲੋ ਬੇਟਾ ਇਸ ਤਰ੍ਹਾਂ ਕਰ, ਆਪਾਂ ਤੇਰੀ ਮੰਮਾ ਦਾ ਪਰੰਪਰਾ ਨੂੰ ਅੱਗੇ ਤੋਰੀਏ। ਜਾ ਚੈੱਕ ਬੁੱਕ ਲੈ ਕੇ ਆ। ਠਹਿਰ ਜਾ ਬੇਟੇ। ਦਿਆਲ ਸਿੰਘ ਜੀ, ਅਸੀਂ ਅੱਜ ਦਾਨ ਲੈਣ ਵਾਸਤੇ ਨਹੀਂ ਆਏ, ਅਸੀਂ ਤੁਹਾਡੇ ਨਾਲ ਕੋਈ ਖਾਸ ਗੱਲ ਕਰਨ ਆਏ। ਹੁਕਮ ਦੱਸੋ ਜਰਾ ਇਹਨਾਂ ਨੂੰ। ਦੇਖੋ ਦਿਆਲ ਜੀ, NGO ਦੇ ਸਾਰੇ ਲੀਗਲ ਅਕਾਊਂਟ ਮੈਂ ਦੇਖਦਾ ਜੀ। ਉਹਨਾਂ ਨੇ ਕਈ ਸਾਲ ਪਹਿਲਾਂ ਇੱਕ ਵਸੀਅਤ ਤਿਆਰ ਕਰਵਾਈ ਸੀ, ਜਿਸ ਦੇ ਮੁਤਾਬਿਕ ਅਗਰ ਉਹਨਾਂ ਦਾ ਮਰਡਰ ਹੋ ਜਾਂਦਾ, ਐਕਸੀਡੈਂਟਲ ਮਰਡਰ ਹੋ ਜਾਂਦਾ, ਤਾਂ ਉਹਨਾਂ ਦੀ ਸਾਰੀ ਪ੍ਰਾਪਰਟੀ ਦੇ ਹੱਕਦਾਰ ਤੁਸੀਂ ਹੋਵੋਗੇ। ਅਗਰ ਉਹ ਸੁਸਾਈਡ ਕਰ ਲੈਂਦੇ ਨੇ ਤਾਂ ਉਹਨਾਂ ਦੀ ਜਿੰਨੀ ਪ੍ਰਾਪਰਟੀ ਹੈ ਉਹ NGO ਦੇ ਖਾਤੇ 'ਚ ਆ ਜਾਏਗੀ ਜੀ। ਜੀ ਮੇਰੇ ਕੋਲ ਲੀਗਲ ਡਾਕੂਮੈਂਟ ਹੈ ਜੀ ਸਾਰੇ। ਇਹ ਤੁਸੀਂ ਕੀ ਕਹਿ ਰਹੇ ਹੋ? ਠੀਕ ਕਹਿ ਰਹੇ ਜੀ, ਜੋ ਵੀ ਕਹਿ ਰਹੇ ਠੀਕ ਹੈ। ਮੈਨੂੰ ਤਾਂ ਇਹ ਪੂਰੇ ਦਾ ਪੂਰਾ ਮਾਮਲਾ ਸੁਸਾਈਡ ਦਾ ਲੱਗ ਰਿਹਾ। ਜਸਵਿੰਦਰ, ਜੇ ਸੁਸਾਈਡ ਹੁੰਦਾ ਤਾਂ ਗੋਲੀ ਇੱਥੋਂ ਦੀ ਵਜ੍ਹਾ ਇੱਥੇ ਲੱਗਣੀ ਚਾਹੀਦੀ ਸੀ। ਫਿਰ ਸ਼ੱਕ ਦੇ ਘੇਰੇ ਵਿੱਚ ਕੌਣ ਆ ਰਿਹਾ? ਖੁਦ ਦਿਆਲ ਸਿੰਘ ਤੇ ਉਸ ਦਾ ਬੇਟਾ ਅਰਸ਼। ਸਰ ਜੱਸੀ ਵੀ ਹੋ ਸਕਦੀ ਹੈ। ਜਿੰਦਰ ਵੀ ਹੋ ਸਕਦੀ ਆ। ਹੀਰੋ ਨੇ ਸੁਸਾਈਡ ਕੀਤਾ ਜਾਂ ਉਹਦਾ ਮਰਡਰ ਹੋਇਆ? ਸੁਸਾਈਡ ਉਹ ਕਰ ਨਹੀਂ ਸਕਦੇ, ਸ਼ਾਇਦ ਐਕਸੀਡੈਂਟਲ ਮੌਤ ਹੈ। ਸਾਨੂੰ ਇਹ ਵੀ ਪਤਾ ਚੱਲਿਆ ਕਿ ਪਿਛਲੇ 30 ਸਾਲਾਂ ਤੋਂ ਉਹਨਾਂ ਨੇ ਆਪਣੇ ਮਾਊਜ਼ਰ ਵਿੱਚ ਕਦੀ ਵੀ ਗੋਲੀ ਨਹੀਂ ਪਾਈ। ਮੈਨੂੰ ਨਹੀਂ ਪਤਾ। ਫਿਰ ਰਿਵਾਲਵਰ ਵਿੱਚ ਗੋਲੀ ਕਿਵੇਂ ਆਈ? ਮੈਨੂੰ ਨਹੀਂ ਪਤਾ। ਤੁਹਾਡੇ ਅਰਸ਼ ਨਾਲ ਕੀ ਰਿਲੇਸ਼ਨ ਸੀ? ਮੈਂ ਤੇ ਅਰਸ਼ ਇੱਕ ਦੂਸਰੇ ਨੂੰ ਪਿਆਰ ਕਰਦੇ ਆ। ਅਮੀਰੋ ਤੁਹਾਨੂੰ ਲਾਈਕ ਕਰਦੀ ਸੀ? ਨਹੀਂ। ਓ ਹੈਲੋ, ਕਿੱਥੇ ਬੂਥਾ ਚੱਕਿਆ? ਅੱਜ ਜਿਹੜੇ ਵਿਹੜੇ 'ਚ ਮਟਕ ਮਟਕ ਕੇ ਪੈਰ ਰੱਖ ਰਹੀ ਐ, ਝਾੜੂ ਪੋਚਾ ਤੇਰਾ ਪਿਓ ਕਰੂਗਾ? ਆਂਟੀ ਮੈਨੂੰ ਜਲਦੀ ਹੈ, ਮੈਂ ਆ ਕੇ ਕਰ ਦਾਂਗੀ। ਓਹੋ, ਮੇਮ ਸਾਹਿਬ ਨੂੰ ਜਲਦੀ ਐ। ਫਿਰ ਜਦੋਂ ਵਾਪਸ ਆਏਂਗੀ ਨਾ, ਇੱਕ ਕੰਮ ਕਰੀ, ਕਿਰਾਇਆ ਮੇਰੇ ਹੱਥ ਤੇ ਰੱਖ ਦੀ, ਤਾਂ ਇੱਥੇ ਵੜੀ, ਨਹੀਂ ਲੋੜ ਨਹੀਂ ਵੜਨ ਦੀ। ਅਮੀਰ ਕੁਰੇ, ਤਮਾ ਕਿਸ ਚੀਜ਼ ਦੀ ਹੈ? ਹਰ ਚੀਜ਼ ਤੇਰੇ ਕੋਲ ਹੈ, ਕਿਸ ਚੀਜ਼ ਦਾ ਤੈਨੂੰ ਘਾਟਾ ਹੈ ਜਿਹੜੀ ਤੂੰ ਉਹਦੇ ਮਗਰ ਪਈ ਰਹਿਣੀ ਹੈ? ਨਾ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਜਦੋਂ ਦੇਖੋ ਉਹਦੀ ਸਾਈਡ ਲੈਣੇ ਰਹਿੰਦੇ ਹੋ, ਕੀ ਲੱਗਦੀ ਹੈ ਤੁਹਾਡੀ ਉਹ? ਨਾ ਜ਼ੁਬਾਨ ਸੰਭਾਲ ਕੇ ਗੱਲ ਕਰ। ਆਪਾਂ ਸਹੀ ਤਾਂ ਕਹਿ ਰਹੇ ਨੇ, ਜੱਸੀ ਵੀ ਤਾਂ ਇਨਸਾਨ ਆ ਵਿਚਾਰੀ,
ਨਾਲੇ ਉਹ ਆਪਣੀ ਪੇਇੰਗ ਗੈਸਟ ਆ ਮੰਮਾ। ਮੈਂ ਨਾ ਤੇਰੇ ਥੱਪੜ ਮਾਰਨਾ ਜੇ ਵਿੱਚ ਬੋਲਿਆ ਤਾਂ। ਜੇ ਪੇਇੰਗ ਗੈਸਟ ਹੈ ਤਾਂ ਕਿਰਾਇਆ ਦੇ ਦਿਆ ਕਰੇ ਟਾਈਮ ਤੇ। ਆਂਟੀ ਤੁਸੀਂ ਮੇਰੇ ਲਈ ਲੜਾਈ ਨਾ ਕਰੋ, ਮੈਂ ਅੱਜ ਕਿਰਾਇਆ ਦੇ ਦਾਂਗੀ। ਤੂੰ ਕੌਣ ਹੁੰਨੀ ਹੈ ਮੈਨੂੰ ਐਡੀ ਗੱਲ ਕਹਿਣ ਵਾਲੀ? ਆਪਣੀ ਔਕਾਤ 'ਚ ਰਹਿ। ਜਦੋਂ ਦੇਖੋ ਮੈਨੂੰ ਮੱਤਾ ਦੇਣ ਲੱਗ ਜਾਂਦੀ ਹੈ। ਤੇ ਤੁਸੀਂ ਵੀ ਸੁਣ ਲਓ ਦੋਨੇ ਜਾਣੇ ਮੇਰੀ ਗੱਲ। ਕੋਈ ਲੋੜ ਨਹੀਂ ਇਸ ਕੁੜੀ ਨੂੰ ਮੂੰਹ ਲਾਣ ਦੀ। ਜੇ ਬਾਲਾ ਇਹਦੇ ਨਾਲ ਵਾਹ ਵਾਸਤੇ ਰੱਖੇ ਨਾ ਤਾਂ ਮੈਥੋਂ ਬੁਰਾ ਕੋਈ ਨਹੀਂ। ਕੀ ਹੋਇਆ ਸੀ ਉਸ ਦਿਨ? ਕੀ ਹੋਇਆ ਸੀ ਉਸ ਦਿਨ? ਸਾਡੀ ਬੇਇੱਜ਼ਤੀ ਕੀਤੀ ਸੀ ਭਰੀ ਪੰਚਾਇਤ ਦੇ ਵਿੱਚ। ਉਹਨੇ ਮੇਰੇ ਪਿਓ ਦੇ ਥੱਪੜ ਮਾਰਿਆ ਸੀ, ਇਸ ਲਈ ਉਹਦਾ ਰਾਹ ਰੋਕਿਆ ਸੀ ਮੈਂ। ਅੱਛਾ, ਤਾਂ ਤੂੰ ਆਪਣਾ ਬੇਇੱਜ਼ਤੀ ਦਾ ਬਦਲਾ ਲੈਣ ਲਈ ਉਹਨੂੰ ਜਾਨੋਂ ਮਾਰ ਦਿੱਤਾ? ਮੈਂ ਜਾਨੋਂ ਨਹੀਂ ਮਾਰਿਆ, ਮੈਂ ਸਿਰਫ ਉਹਨੂੰ ਧਮਕੀ ਦਿੱਤੀ ਸੀ। ਫਿਰ ਕਿਹਨੇ ਮਾਰਿਆ ਉਹਨੂੰ? ਇਹ ਮੈਨੂੰ ਨਹੀਂ ਪਤਾ, ਪਰ ਜੇ ਉਹ ਜ਼ਿੰਦਾ ਹੁੰਦੀ ਨਾ ਤਾਂ ਮੈਂ ਉਸ ਨੂੰ ਜ਼ਰੂਰ ਮਾਰ ਦੇਣਾ ਸੀ। ਅੱਛਾ ਤੂੰ ਮਾਰੇਗਾ ਉਹਨੂੰ? ਤੂੰ? ਜਿਸ ਦਿਨ ਰਾਹੁਲ ਨੇ ਅਮੀਰੋਂ ਨੂੰ ਰੋਕਿਆ ਸੀ ਤੂੰ ਨਾਲੇ ਸੀ? ਹਾਂਜੀ ਸਾਹਿਬ, ਮੈਂ ਨਾਲ ਹੀ ਸੀ। ਤੇਰਾ ਤਾਂ ਦਿਮਾਗ ਮੈਂ ਸੈੱਟ ਕਰਾਂਗਾ। ਤੂੰ ਭਰੀ ਪੰਚਾਇਤ ਵਿੱਚ ਮੇਰੇ ਪਿਓ ਦੇ ਥੱਪੜ ਮਾਰਿਆ ਸੀ ਨਾ। ਤੇਰਾ ਪਿਓ ਖਾ ਕੇ ਗਿਆ ਸੀ, ਤੂੰ ਵੀ ਖਾਏਗਾ। ਦੱਸ ਦੂ ਕੌਣ ਖਾਊਗਾ ਜਦੋਂ ਤੇਰੇ ਡੱਕਰੇ ਕੀਤੇ ਤਾਂ। ਹਾਂ ਮੈਂ ਕਰਾਂਗਾ, ਹਾਂ ਕਰਾਂਗਾ। ਛੱਡ ਇਹਨੂੰ, ਦੇਖ ਲਾਂਗੇ ਬਾਅਦ ਚ। ਚੱਲ 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 ਚੱਲ। ਅੱਛਾ, ਫਿਰ ਤੈਨੂੰ ਇਹ ਵੀ ਪਤਾ ਹੋਣਾ ਹੈ ਵੀ ਉਹਦਾ ਕਤਲ ਹੋ ਗਿਆ? ਨਹੀਂ ਜਨਾਬ, ਮੈਨੂੰ ਇਸ ਬਾਰੇ ਕੁਝ ਨਹੀਂ ਪਤਾ। ਮੈਂ ਤਾਂ ਉਹਨੂੰ ਛਡਾਉਣ ਹੀ ਗਿਆ ਸੀ ਬਸ। ਅੱਛਾ, ਜੱਸੀ ਨਾਲ ਕੀ ਰਿਲੇਸ਼ਨ ਹੈ ਤੇਰਾ? ਸਰ ਮੈਂ ਤਾਂ ਜਸਟ ਫਰੈਂਡ ਹਾਂ। ਸਿਰਫ ਫਰੈਂਡ ਜਾਂ ਹੋਰ ਕੁਝ? ਸਰ ਮੈਂ ਜਸ ਨੂੰ ਪਿਆਰ ਕਰਦਾ। ਰੋਮੀਓ ਰਾਂਝੇ ਦਾ ਮੂਡ ਖਰਾਬ ਲੱਗਦਾ ਹੈ। ਖਰਾਬ ਤਾਂ ਹੋਊਗਾ ਹੀ, ਇਹਦੀ ਹੀਰ ਕਿਸੇ ਹੋਰ ਰਾਂਝੇ ਨੂੰ ਜੋ ਮਿਲਣ ਗਈ ਆ। ਕਿਆ ਬੋਲੇ ਤੁਸੀਂ? ਤੁਹਾਨੂੰ ਕਿਆ ਲੱਗਦਾ ਟਾਈਮ ਪਾਸ ਕਰਦਾ ਮੈਂ ਉਹਨਾਂ ਨਾਲ? ਪਿਆਰ ਕਰਦਾ ਉਹਨੂੰ ਮੈਂ। ਫੇਰ ਕੀ ਹੋਇਆ, ਦੋ ਚਿਰ ਅਸੀਂ ਪਿਆਰ ਕਰ ਲਾਂਗੇ। ਕਿਆ ਬੋਲ ਰਿਹਾ ਤੂੰ? ਓਏ ਕੀ ਤਕਲੀਫ ਹੈ? ਤੇ ਸੱਚ ਇਹ ਵੀ ਹੈ ਕਿ ਜਸ ਮੇਰੇ ਬੱਚੇ ਦੀ ਮਾਂ ਬਣਨ ਵਾਲੀ। ਨਹੀਂ, ਆ ਕੀ ਗੰਦ ਪਾਇਆ ਤੂੰ? ਕਿੱਥੇ ਮੂੰਹ ਕਾਲਾ ਕਰਾ ਕੇ ਆਈ ਹੈ? ਦੱਸ ਮੈਨੂੰ, ਕਿਹਦਾ ਗੰਦਾ ਖੂਨ ਲਈ ਫਿਰਦੀ ਹੈ? ਇਹ ਅਮੀਰੋ ਦਾ ਘਰ ਹੈ, ਮੈਂ ਤੈਨੂੰ ਗੋਲੀ ਮਾਰ ਦੇਣੀ ਹੈ। ਕਿਰੋ ਨਾ ਗੰਦ ਪਾਉਂਦੀ ਹੈ ਤੇ ਨਾ ਗੰਦ ਸਾਂਭਦੀ ਹੈ। ਮੰਮਾ ਜਸ ਕੀ ਮੰਮਾ ਲਈ ਹੈ? ਬੱਚਾ ਬਣਿਆ ਜਸ ਦਾ। ਉਹ ਤੂੰ ਤਾਂ ਉਹਦੇ ਪਿੱਛੇ ਪੈ ਗਈ ਹੈ। ਓਏ ਆਪਾਂ ਉਹਦਾ ਖਿਆਲ ਰੱਖਣਾ ਕੁੜੀ ਦਾ ਹੈ। ਓਹੋ ਅੱਛਾ ਜੀ, ਖਿਆਲ ਕੁੜੀ ਦਾ। ਆਪਦੀ ਸੋਚ ਸੁਧਾਰ ਲਓ। ਮੇਰੇ ਸ਼ੱਕ ਦੇ ਦਾਇਰੇ 'ਚ ਨਾ ਜਾਓ ਤੁਸੀਂ। ਗੋਲੀ ਮੈਂ ਤੁਹਾਨੂੰ ਵੀ ਮਾਰ ਸਕਦੀ ਹਾਂ। ਚੱਲ ਨੀ ਦਫਾ ਹੋ। ਜਿੱਥੋਂ ਦਾ ਗੰਦ ਹੈ ਉੱਥੇ ਸਿੱਟ ਕੇ ਆ। ਜੇ ਮੈਨੂੰ ਉਰੇ ਦਿਖੀ ਨਾ ਗੋਲੀ ਮਾਰ ਦੇਣੀ ਤੈਨੂੰ ਮੈਂ। ਦਫਾ ਹੋ ਇੱਥੋਂ। ਤੈਨੂੰ ਪਤਾ ਹੈ ਤੇਰੀ ਮਾਂ ਦੀ ਮੌਤ ਕਿਵੇਂ ਹੋਈ? ਜੀ ਸਰ, ਉਹਨਾਂ ਦੇ ਆਪਣੇ ਮੌਜ਼ਰ ਦੀ ਗੋਲੀ ਲੱਗਣ ਕਾਰਨ। ਉਹ ਤਾਂ ਸਾਨੂੰ ਵੀ ਪਤਾ ਹੈ। ਸਾਨੂੰ ਤਾਂ ਇਹ ਵੀ ਪਤਾ ਹੈ ਕਿ ਤੇਰੀ ਮਾਂ ਨੇ ਆਪਣੇ ਮੌਜ਼ਰ ਵਿੱਚ ਪਿਛਲੇ 30 ਸਾਲ ਤੋਂ ਗੋਲੀ ਨਹੀਂ ਸੀ ਪਾਈ। ਤੁਹਾਡੇ ਘਰ 'ਚ ਕੋਈ ਨਾ ਕੋਈ ਇਹੋ ਜਿਹਾ ਸ਼ਖਸ ਤਾਂ ਹੈ ਜਿਸ ਨੂੰ ਇਸ ਗੱਲ ਦਾ ਪਤਾ ਸੀ। ਇਸਨੇ ਗੋਲੀ ਪਾਈ ਉਹਦੀ? ਮੈਨੂੰ ਨਹੀਂ ਪਤਾ ਸਰ। ਪੁਲਿਸ ਦਾ ਸ਼ੱਕ ਯਕੀਨ ਵਿੱਚ ਬਦਲਦਾ ਜਾ ਰਿਹਾ ਸੀ, ਕਿਉਂਕਿ ਉਹਨਾਂ ਦੀ ਥਿਉਰੀ ਮੁਤਾਬਕ ਨਾ ਤਾਂ ਇਹ ਹਾਦਸਾ ਸੀ ਤੇ ਨਾ ਹੀ ਸੁਸਾਈਡ, ਬਲਕਿ ਇਹ ਤਾਂ ਸੋਚੀ ਸਮਝੀ ਪਲਾਨ ਕੀਤੀ ਗਈ ਸਾਜ਼ਿਸ਼ ਸੀ। ਤੇ ਉਹਨਾਂ ਦੇ ਮੁਤਾਬਕ ਇਹ ਕੋਈ ਬਾਹਰ ਵਾਲਾ ਨਹੀਂ, ਸਗੋਂ ਅਮੀਰ ਕੌਰ ਦੇ ਘਰ ਚੋਂ ਹੀ ਕੋਈ ਸੀ। ਪਰ ਫਿਲਹਾਲ ਉਹਨਾਂ ਦੇ ਹੱਥ ਸਬੂਤ ਪੱਖੋਂ ਖਾਲੀ ਸਨ। ਆਖਿਰ ਉਹਨਾਂ ਦੀ ਇਹ ਕਾਰਵਾਈ ਕਿੱਥੋਂ ਤੱਕ ਪਹੁੰਚਦੀ ਹੈ, ਦੇਖਦੇ ਹਾਂ। ਦਿਆਲ ਸਿੰਘ ਨੂੰ ਪੁਲਿਸ ਸਟੇਸ਼ਨ ਲੈ ਕੇ ਆਓ। ਦਿਆਲ ਸਿੰਘ ਜੀ, ਇਸ ਵਸੀਅਤ ਵਿੱਚ ਸਾਫ਼-ਸਾਫ਼ ਲਿਖਿਆ ਹੈ ਕਿ ਜੇ ਅਮੀਰ ਕੌਰ ਸੁਸਾਈਡ ਕਰਦੀ ਹੈ ਤਾਂ ਪ੍ਰਾਪਰਟੀ ਐਨਜੀ ਨੂੰ ਜਾਏਗੀ।
ਤੇ ਹੁਣ ਪ੍ਰਾਪਰਟੀ ਐਨਜੀਓ ਨੂੰ ਜਾ ਰਹੀ ਹੈ। ਪ੍ਰਾਪਰਟੀ ਐਨਜੀਓ ਨੂੰ ਨਹੀਂ ਜਾ ਸਕਦੀ। ਕਿਉਂ ਨਹੀਂ ਜਾ ਸਕਦੀ? ਦੇ ਵਿੱਚ ਸਾਫ਼-ਸਾਫ਼ ਲਿਖਿਆ ਹੈ ਕਿ ਉਹ ਸੁਸਾਈਡ ਕਰਦੀ ਹੈ ਤਾਂ ਪ੍ਰਾਪਰਟੀ ਐਨਜੀਓ ਨੂੰ ਜਾਏਗੀ। ਉਸਨੇ ਸੁਸਾਈਡ ਨਹੀਂ ਕੀਤਾ। ਉਸਨੇ ਸੁਸਾਈਡ ਕੀਤਾ। ਉਸਨੇ ਸੁਸਾਈਡ ਨਹੀਂ ਕੀਤਾ। ਮੈਂ ਇਸ ਗੱਲ ਨੂੰ ਨਹੀਂ ਮੰਨਦਾ। ਉਹਨੇ ਇਹ ਲਿਖ ਕੇ ਦਿੱਤਾ, ਉਹਨੇ ਸਾਡੀ ਇਨਫੋਰਮੇਸ਼ਨ 'ਚ ਨਹੀਂ ਇਹ ਗੱਲ ਲੈ ਕੇ ਆਂਦੀ। ਉਸਨੇ ਸੁਸਾਈਡ ਕੀਤਾ। ਉਸਨੇ ਸੁਸਾਈਡ ਨਹੀਂ ਕੀਤਾ। ਇਹ ਕਤਲ ਕਿਸਨੇ ਕੀਤਾ? ਨਹੀਂ ਕੀਤਾ। ਉਸਨੇ ਸੁਸਾਈਡ ਕੀਤਾ। ਨਹੀਂ ਕੀਤਾ ਉਸਨੇ ਸੁਸਾਈਡ। ਉਸ ਨੂੰ ਮੈਂ ਮਾਰਿਆ। ਦੱਸੋ ਦਿਆਲ ਜੀ, ਹੋਰ ਕੀ ਕੀਤਾ ਉਹਨੇ? ਉਹ ਮੇਰੇ ਬੇਟੇ ਦੀ ਹੋਣ ਵਾਲੀ ਵਾਈਫ ਨੂੰ, ਜਿਸ ਦੇ ਇੱਕ ਬੱਚਾ ਠਹਿਰ ਗਿਆ ਸੀ, ਉਹ ਦੋਨਾਂ ਨੂੰ ਖਤਮ ਕਰ ਦੇਣਾ ਚਾਹੁੰਦੀ ਸੀ। ਤੇ ਮੈਂ ਨਹੀਂ ਚਾਹੁੰਦਾ ਸੀ ਕਿ ਮੇਰੀ ਆਉਣ ਵਾਲੀ ਪੀੜ੍ਹੀ ਖਤਮ ਹੋਵੇ, ਕਿਉਂਕਿ ਉਹਦੇ ਗੁੱਸੇ ਬਾਰੇ ਮੈਂ ਜਾਣਦਾ ਸੀ। ਜਦ ਉਹਨੇ ਆਪਣੀ ਉਸ ਸੁਭਾਅ ਨੂੰ ਨਰਮ ਨਾ ਕੀਤਾ ਤਾਂ ਫਿਰ ਮੈਂ ਇੱਕ ਦਿਨ, ਜਿਹੜੀ ਰਿਵਾਲਵਰ ਦੀ ਸ਼ੌਕੀਨ ਸੀ, ਤੁਹਾਨੂੰ ਮੈਂ ਕਿੰਨੀ ਵਾਰ ਦੱਸ ਚੁੱਕਿਆ, ਪਰ ਉਹ ਹਰ ਵਾਰ ਗੁੱਸੇ ਨਾਲ ਪਹਿਲਾਂ ਰਿਵਾਲਵਰ ਚਲਾ ਕੇ ਦੇਖਦੀ ਸੀ। ਇੱਕ ਦਿਨ ਮੈਂ ਉਸ ਦੇ ਵਿੱਚ ਗੋਲੀ ਪਾ ਦਿੱਤੀ। ਉਹਦੀ ਕਿਸਮਤ ਕਹਿ ਲਓ ਜਾਂ ਜੋ ਵੀ, ਉਹਨੇ ਨਹੀਂ ਚਲਾਈ। ਮੈਂ ਇਸ ਗੱਲ ਨੂੰ ਫਿਰ ਦੁਬਾਰਾ ਰਿਪੀਟ ਕੀਤਾ ਕਿ ਰਿਵਾਲਵਰ 'ਚ ਗੋਲੀ ਪਾ ਦਿੱਤੀ, ਤੇ ਦੇਖਿਆ ਕਿ ਉਹ ਬਾਹਰੋਂ ਗੁੱਸੇ ਨਾਲ ਆ ਰਹੀ ਸੀ। ਮੇਰੇ ਮਨ 'ਚ ਆਇਆ ਕਿ ਮੈਂ ਉਸ ਨੂੰ ਰੋਕ ਲਵਾਂ, ਪਰ ਮੈਂ ਨਹੀਂ ਰੋਕਿਆ ਤੇ ਮੈਂ ਬਾਹਰ ਬੈਠਾ ਰਿਹਾ ਤੇ ਮੈਂ ਗੋਲੀ ਦੀ ਆਵਾਜ਼ ਸੁਣੀ। ਛੱਡਣਾ ਨਹੀਂ, ਮਾਰ ਦੇਣਾ ਮੈਂ। ਅੱਜ ਪਤਾ ਲੱਗੂ ਅਮੀਰ ਕੌਰ ਚੀਜ਼ ਕੀ ਹੈ। ਰਿਹਾ ਤੇ ਮੈਂ ਗੋਲੀ ਦੀ ਆਵਾਜ਼ ਸੁਣੀ, ਕਿਉਂਕਿ ਮੈਨੂੰ ਪਤਾ ਸੀ ਉਹਨੇ ਮੇਰੀ ਔਲਾਦ ਨੂੰ ਖਤਮ ਕਰ ਦੇਣਾ ਹੈ। ਤੇ ਮੇਰੇ ਕੋਲੋਂ ਇਹ ਕਾਰਾ ਹੋ ਗਿਆ। ਤੁਹਾਨੂੰ ਪਤਾ ਸੀ ਕਿ ਇਹ ਸਾਰਾ ਕੁਝ ਤੁਸੀਂ ਕੀਤਾ ਤੇ ਵਸੀਅਤ ਵੀ ਝੂਠੀ ਹੈ, ਸਿਰਫ ਤੁਹਾਨੂੰ ਸੱਚ ਬੁਲਾਉਣ ਵਾਸਤੇ। ਇਹ ਵਸੀਅਤ ਸਾਡੇ ਡਿਪਾਰਟਮੈਂਟ ਨੇ ਆਪ ਲਿਖੀ ਹੈ, ਕਿਉਂਕਿ ਇਸ ਦੇ ਪਿੱਛੇ ਸਾਰਾ ਕਾਰਨਾਮਾ ਤੁਸੀਂ ਕੀਤਾ ਹੈ। ਪਰ ਮੈਂ ਆਪਣੇ ਪਰਿਵਾਰ ਦੇ 3 ਮੈਂਬਰ ਨਹੀਂ ਸੀ ਮਰਵਾ ਸਕਦਾ। ਠੀਕ ਹੈ, ਮੈਂ ਗਲਤ ਕੀਤਾ ਤੇ ਮੈਨੂੰ ਇਹੀ ਠੀਕ ਲੱਗਿਆ ਕਿ ਇਹਦੇ ਨਾਲੋਂ ਚੰਗਾ ਕਿ ਮੈਂ ਇਹਦਾ ਗੁੱਸਾ ਹੀ ਖਤਮ ਕਰ ਦਿਆਂ। ਤੇ ਫਿਰ ਡਿਪਾਰਟਮੈਂਟ 'ਚ ਵੀ ਕਾਤਲ ਨੂੰ ਨਹੀਂ ਸੀ ਛੱਡ ਸਕਦਾ। ਪਤਾ ਸੀ, ਸਾਨੂੰ ਸਭ ਪਤਾ ਸੀ, ਪਰ ਤੁਹਾਡੇ ਮੂੰਹ ਤੋਂ ਕਹਾਉਣਾ ਚਾਹੁੰਦੇ ਸੀ। ਦਿਆਲ ਸਿੰਘ ਜੀ, ਹੁਣ ਇਹ ਗੱਲ ਕਲੀਅਰ ਹੋ ਗਈ ਹੈ ਕਿ ਇਹ ਕਤਲ ਤੁਸੀਂ ਕੀਤਾ ਹੈ। ਜੀ, ਸਰ ਸਾਡਾ ਪੂਰਾ ਪਲਾਨ ਸਕਸੈਸ ਹੋਇਆ ਹੈ। ਅਸੀਂ ਇੱਕ ਝੂਠੀ ਵਸੀਅਤ ਬਣਾ ਕੇ ਦਾ ਪੂਰਾ ਸੱਚ ਬਾਹਰ ਕੱਢ ਲਿਆ। ਅਸੀਂ ਇਸ ਗੁੰਝਲਦਾਰ ਪਹੇਲੀ ਨੂੰ ਸੋਲਵ ਕਰ ਲਿਆ ਤੇ ਆਖਿਰ ਕਾਤਲ ਫੜਿਆ ਗਿਆ। ਬਿਲਕੁਲ ਬਿਲਕੁਲ, ਤੁਹਾਡੀ ਝੂਠੀ ਵਸੀਅਤ ਕੰਮ ਕਰ ਗਈ। ਬਿਲਕੁਲ। ਦਰਸ਼ਕੋ, ਚੰਗੇ ਇਨਸਾਨ ਬਣੋ, ਕਿਉਂਕਿ ਇਨਸਾਨੀਅਤ ਤੋਂ ਵੱਡਾ ਗਹਿਣਾ, ਇਨਸਾਨੀਅਤ ਤੋਂ ਵੱਡਾ ਮੁੱਲ ਕਿਸੇ ਹੋਰ ਚੀਜ਼ ਦਾ ਨਹੀਂ ਹੋ ਸਕਦਾ। ਜੇ ਤੁਸੀਂ ਦਿਲ ਤੋਂ ਅਮੀਰ ਹੋ ਤਾਂ ਉਹ ਇਨਸਾਨੀਅਤ ਤੁਹਾਡੇ ਅੰਦਰ ਝਲਕਦੀ ਹੈ। ਉਂਝ ਅਮੀਰ ਹੋਣ ਦਾ ਕੀ ਫਾਇਦਾ ਜੇ ਤੁਸੀਂ ਕਿਸੇ ਨੂੰ ਪਾਣੀ ਦਾ ਘੁੱਟ ਨਹੀਂ ਪੁੱਛ ਸਕਦੇ। ਸੋ ਦਿਲੋਂ ਚੰਗੇ ਬਣੋ, ਕਿਉਂਕਿ ਇਹੀ ਤੁਹਾਡੀ ਜ਼ਿੰਦਗੀ ਦਾ ਅਸਲ ਗਹਿਣਾ ਮੰਨਿਆ ਜਾਂਦਾ ਹੈ। ਜਦੋਂ ਤੁਹਾਡੇ ਤੇ ਤੁਹਾਡੀ ਅਮੀਰੀ ਹਾਵੀ ਹੋ ਜਾਂਦੀ ਹੈ ਤਾਂ ਤੁਹਾਡੇ ਅੰਦਰ ਹੰਕਾਰ, ਲਾਲਸਾ ਤੇ ਹੋਰ ਬਹੁਤ ਸਾਰੀਆਂ ਕੁਰੀਤੀਆਂ ਆ ਜਾਂਦੀਆਂ ਨੇ ਤੇ ਤੁਹਾਨੂੰ ਨਹੀਂ ਪਤਾ ਚੱਲਦਾ ਕਿ ਤੁਸੀਂ ਸ਼ਿਕਾਰ ਕਰਦੇ ਕਰਦੇ ਕਦੋਂ ਖੁਦ ਸ਼ਿਕਾਰੀ ਬਣ ਜਾਂਦੇ ਹੋ ਤੇ ਸ਼ਿਕਾਰੀ ਤੋਂ ਤੁਸੀਂ ਖੁਦ ਕਦੋਂ ਸ਼ਿਕਾਰ ਹੋ ਜਾਂਦੇ ਹੋ। ਸੋ ਲੋੜ ਹੈ ਚੰਗੇ ਇਨਸਾਨ ਬਣਨ ਦੀ। ਫਿਲਹਾਲ ਦਿਓ ਇਜਾਜ਼ਤ, ਮਿਲਦੇ ਹਾਂ ਅਗਲੇ ਐਪੀਸੋਡ ਦੇ ਵਿੱਚ। ਤਦ ਤੱਕ ਦੇ ਲਈ
शुक्रिया। ਅੱਜ ਦੀ ਕਹਾਣੀ ਹੈ ਪਤੀ ਪਤਨੀ ਦੀ, ਰਾਜ ਤੇ ਸਿਮਰ ਦੀ। ਜਦੋਂ ਰਾਜ ਰਾਤੀ ਸੌਂਦਾ ਹੈ ਤਾਂ ਉਹ ਮਰ ਜਾਂਦਾ ਹੈ ਤੇ ਸਵੇਰ ਨੂੰ ਸਿਮਰ ਵੀ ਘਰੋਂ ਗਾਇਬ ਮਿਲਦੀ ਹੈ। ਰਾਜ ਦੀ ਕਦੇ ਕਿਸੇ ਨਾਲ ਕੋਈ ਲੜਾਈ ਝਗੜਾ ਜਾਂ ਕੋਈ ਦੁਸ਼ਮਣੀ? ਹਾਂ, ਇੱਕ ਦਿਨ ਉਹਦੇ ਦੋਸਤ ਗੋਲਡੀ ਨਾਲ ਉਹਦੀ ਲੜਾਈ ਜ਼ਰੂਰ ਹੋਈ ਸੀ। ਪੁਲਿਸ ਸ਼ੱਕ ਦੇ ਆਧਾਰ ਤੇ ਰਾਜ ਦੇ ਦੋਸਤ ਗੋਲਡੀ ਨੂੰ ਚੁੱਕ ਕੇ ਲੈ ਜਾਂਦੀ ਹੈ। ਸਰ ਮੇਰਾ ਕੋਈ ਪੰਗਾ ਨਹੀਂ ਸੀ ਉਹਦੇ ਨਾਲ। ਤੇਰੇ ਦੋਸਤ ਲਵਲੀ ਤੇ ਉਹਦੀ ਮਾਸ਼ੂਕਾ ਨੇ ਆਪਣੇ ਪਤੀ ਨੂੰ ਜ਼ਹਿਰ ਦੇ ਕੇ ਮਾਰਿਆ ਹੈ। ਹੁਣ ਕਹਾਣੀ ਦੇ ਵਿੱਚ ਆਉਂਦਾ ਇੱਕ ਨਵਾਂ ਪਾਤਰ ਲਵਲੀ। ਕਿ ਤੂੰ ਸਿਮਰ ਨਾਲ ਮਿਲ ਕੇ ਰਾਜ ਦਾ ਕਤਲ ਕੀਤਾ ਨਾ। ਇੰਨਾ ਗੰਦਾ ਕਿਨੋਨਾ ਕੰਮ ਕਰਕੇ ਆਪਣੇ ਬੱਚਿਆਂ ਬਾਰੇ ਵੀ ਖਿਆਲ ਨਹੀਂ ਆਇਆ ਤੈਨੂੰ। ਕਿੰਨਾ ਨਾਲ ਚੱਕਰ ਸੀ।